ਪਿਆਰੇ ਵਿਦਿਆਰਥੀਓ, ਗਣਿਤ ਦੇ ਇਸ ਨਵੇਂ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਬਾਈਨਰੀ ਆਪਰੇਸ਼ਨਸ ਜੋ ਰਿਲੇਸ਼ਨ ਐਂਡ ਫੰਕਸ਼ਨ ਦਾ ਇੱਕ ਟੌਪਿਕ ਹੈ। ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਸਾਡਾ YouTube ਚੈਨਲ ਹੈ ਲਰਨਰਸ ਬੋਹਾ, ਉਹ 'ਤੇ ਹੁਣ ਪਲੇਲਿਸਟ ਉਪਲਬਧ ਹੈ। ਬਾਇਓ ਅਤੇ ਮੈਥ ਦੇ ਬੇਸਿਕਲੀ ਲੈਕਚਰ ਉਪਲਬਧ ਕਰਾ ਰਹੇ ਹਾਂ। ਹਰੇਕ ਦੀ ਪਲੇਲਿਸਟ ਬਣੀ ਹੋਈ ਹੈ, +2 ਮੈਥ ਦੀ, +1 ਮੈਥ ਦੀ, 10th ਮੈਥ ਦੀ। ਤਾਂ ਜੋ ਵੀ ਸਾਨੂੰ ਇੱਛੁਕ ਨੇ ਕੋਈ ਪੁਰਾਣਾ ਟੌਪਿਕ ਦੇਖਣ ਦੇ ਜਾਂ ਕੋਈ ਵੀ ਟੌਪਿਕ ਦੇਖਣ ਦੇ, ਤਾਂ ਉਹ ਪਲੇਲਿਸਟ ਵਿੱਚੋਂ ਦੇਖ ਸਕਦੇ ਨੇ ਜਿੰਨੇ ਵੀ ਉਪਲਬਧ ਟੌਪਿਕ ਹਨ। ਅਤੇ ਆਉਂਦੇ ਸਮਿਆਂ ਦੇ ਵਿੱਚ ਹੋਰ ਟੌਪਿਕ ਵੀ ਉਸ ਵਿੱਚ ਐਡ ਕੀਤੇ ਜਾਣਗੇ ਰੋਜ਼ਾਨਾ ਵਾਂਗੂ। ਅੱਗੇ ਵਧਦੇ ਹਾਂ ਆਪਾਂ ਬਾਈਨਰੀ ਆਪਰੇਸ਼ਨ ਵੱਲ। ਪਹਿਲਾਂ ਆਪਾਂ ਫੰਕਸ਼ਨ ਪੜ੍ਹਿਆ। ਫੰਕਸ਼ਨ ਆਪਣੀ ਨੇਚਰ, ਜਿਹੜੇ ਫੰਕਸ਼ਨ ਇੱਦਾਂ ਦੇ ਹੁੰਦੇ ਸੀ, A ਤੋਂ ਲੈ ਕੇ A ਤੱਕ ਜਾਂਦੇ ਸੀ, N ਤੋਂ ਲੈ ਕੇ N ਤੱਕ ਜਾਂਦੇ ਸੀਗੇ। ਇਹਨਾਂ ਦੀ ਨੇਚਰ ਬੇਸਿਕਲੀ ਯੂਨਿਟਰੀ ਹੁੰਦੀ ਸੀਗੀ। ਯੂਨਿਟ ਦਾ ਹਮੇਸ਼ਾ ਮਤਲਬ ਹੁੰਦਾ 1, ਜਦੋਂ 22 ਦੀ ਗੱਲ ਆ ਜੇ ਉਦੋਂ ਹੁੰਦਾ 2। ਹੁਣ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬੇਸਿਕਲੀ ਕੀ ਹੈ। ਉਦੋਂ ਕੀ ਹੁੰਦਾ ਸੀ, ਜਿਹੜੇ A ਦਾ ਐਲੀਮੈਂਟ ਸੀਗਾ, ਜਿਹੜਾ A ਦਾ ਕੋਈ ਵੀ ਐਲੀਮੈਂਟ ਸੀਗਾ, ਉਹ ਐਸੋਸੀਏਟ ਹੁੰਦਾ ਸੀਗਾ ਕਿਸੇ ਇੱਕ ਐਲੀਮੈਂਟ ਇਸ A ਵਿੱਚ, ਯਾਨੀ ਆਪਣੇ ਆਪ ਦੀ ਕਿਸੇ ਐਲੀਮੈਂਟ ਨਾਲ ਉਹਦੀ ਐਸੋਸੀਏਸ਼ਨ ਹੁੰਦੀ ਸੀ, ਉਹਦਾ ਸੰਬੰਧ ਹੁੰਦਾ ਸੀਗਾ। ਇਹੋ ਜਿਹੇ ਆਪਰੇਸ਼ਨ ਨੂੰ ਅਸੀਂ ਯੂਨਿਟਰੀ ਆਪਰੇਸ਼ਨ ਕਹਿ ਦਿੰਦੇ ਹਾਂ। ਹੁਣ ਬਾਈਨਰੀ ਆਪਰੇਸ਼ਨ ਕੀ ਹੈ ਬੇਸਿਕਲੀ? ਬਾਈਨਰੀ ਆਪਰੇਸ਼ਨ ਇਹ ਹੈ ਬੇਟਾ, ਮੈਂ ਲਿਖ ਕੇ ਸਮਝਾਉਣ ਦੀ ਗੱਲ ਕਰਦਾ, ਕਿ ਜਿਹੜਾ ਇੱਧਰ A 'ਚ ਐਲੀਮੈਂਟ ਆ ਰਹੇ ਨੇ, ਇੱਧਰ ਇੱਕੋ ਹੀ ਸੈੱਟ ਆ ਰਿਹਾ ਹੈ, ਉਹਦੇ ਜਿਹੜੇ ਐਲੀਮੈਂਟ ਆ ਰਹੇ ਨੇ ਉਹ ਐਸੋਸੀਏਟ ਕਰਨ, ਉਹ ਐਸੋਸੀਏਟ ਕਰਨ ਕਿਹਦੇ ਨਾਲ? ਈਚ ਸਬਸੈਟ ਆਫ two elements of A। ਹੁਣ A ਦੇ 2 ਐਲੀਮੈਂਟਸ ਦੇ ਨਾਲ ਕੀ ਕਰਨ? ਉਹ ਸੰਬੰਧ ਬਣਾਉਣ। ਇੱਕ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਆਹ ਚੀਜ਼ ਹੁੰਦੀ ਸੀਗੀ, ਇਹਦਾ ਸੰਬੰਧ ਆਪਣਾ ਇੱਧਰ ਬਣ ਗਿਆ ਸੀਗਾ। ਹੁਣ ਕਿਸੇ 2 ਨਾਲ ਬਣੇ ਤਾਂ ਇਹ ਫੰਕਸ਼ਨ ਤੋਂ ਥੋੜ੍ਹਾ ਡਿਫਰੈਂਟ ਹੋ ਗਿਆ, ਬਾਈਨਰੀ ਆਪਰੇਸ਼ਨ ਲੱਗ ਗਿਆ। 2 ਨਾਲ ਕਿਵੇਂ ਬਣੂਗਾ? ਸਿੱਧਾ ਇੱਕ ਇਸੇ ਸੈੱਟ 'ਚ ਨਹੀਂ ਲੱਗੂਗਾ। 2 ਨਾਲ ਬਣੂਗਾ ਜਦੋਂ ਆਪਰੇਸ਼ਨ ਕਿੱਥੋਂ ਜਾਊ? A ਗੁਣਾ A ਤੋਂ ਲੈ ਕੇ A ਤੱਕ। ਕਿੱਥੋਂ ਜਾਊਗਾ? A ਕਾਰਟੀਜ਼ਨ ਪ੍ਰੋਡਕਟ A ਤੋਂ ਲੈ ਕੇ A ਤੱਕ। A ਕਾਰਟੀਜ਼ਨ ਪ੍ਰੋਡਕਟ A ਦੇ ਵਿੱਚ ਕਿਹੋ ਜਿਹੇ ਐਲੀਮੈਂਟਸ ਹੋਣਗੇ? ਆਰਡਰਡ ਪੇਅਰ ਦੇ ਵਿੱਚ ਹੋਣਗੇ, ਕਿਉਂਕਿ ਜਦੋਂ ਇੱਕ ਸੈੱਟ ਦੀ ਗੁਣਾ ਆਪਾਂ ਦੂਜੇ ਸੈੱਟ ਨਾਲ ਕਰਦੇ ਹਾਂ ਤਾਂ ਉਹਦੇ ਐਲੀਮੈਂਟਸ ਕਿਵੇਂ ਆਉਂਦੇ ਆ? ਆਰਡਰਡ ਪੇਅਰ 'ਚ ਹੁੰਦੇ ਆ। ਮੰਨ ਲਓ ਪਹਿਲਾ ਐਲੀਮੈਂਟ ਆਏ ਹੋਊਗਾ, ਦੂਜਾ ਆਏ ਹੋਊਗਾ, ਇਹੋ ਜਿਹੇ ਐਲੀਮੈਂਟ ਹੋਣਗੇ। ਇਹ 'ਤੇ ਆਪਰੇਸ਼ਨ ਲਾਵਾਂਗੇ ਜਦੋਂ, ਤਾਂ ਕੋਈ ਵੀ ਆਪਰੇਸ਼ਨ ਲਗਾਈਏ, ਮੰਨ ਲਓ ਆਪਾਂ ਆਪਰੇਸ਼ਨ ਲਗਾ ਦਈਏ ਪਲੱਸ ਦਾ, ਵੀ X ਅਤੇ Y ਦਾ ਆਪਾਂ ਜੋੜ ਕਰ ਦਈਏ। X ਅਤੇ Y ਦਾ ਕੀ ਕਰ ਦਈਏ ਆਪਾਂ? ਜੋੜ। ਉਹ ਫਿਰ ਕਿਹਦੇ ਵਿੱਚ ਆ ਜੇ? A ਦੇ ਵਿੱਚ ਆ ਜੇ। ਕਿਹਦੇ ਵਿੱਚ ਆ ਜੇ? A ਦੇ ਵਿੱਚ ਆ ਜੇ। ਤਾਂ ਇਹੋ ਜਿਹੇ ਆਪਰੇਸ਼ਨ ਨੂੰ ਅਸੀਂ ਬਾਈਨਰੀ ਆਪਰੇਸ਼ਨ ਕਹਿ ਦਿੰਦੇ ਹਾਂ। ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਆਪਾਂ ਨੈਚੁਰਲ ਨੰਬਰ ਇਨਟੂ ਨੈਚੁਰਲ ਨੰਬਰ ਤੋਂ ਨੈਚੁਰਲ ਨੰਬਰ ਇੱਕ ਬਾਈਨਰੀ ਆਪਰੇਸ਼ਨ ਲਗਾਇਆ। ਬਾਈਨਰੀ ਆਪਰੇਸ਼ਨ ਨੂੰ ਕਈ ਵਾਰ ਅਸੀਂ O ਨਾਲ ਡਿਨੋਟ ਕਰ ਦਿੰਦੇ ਹਾਂ, ਕਈ ਵਾਰੀ ਅਸੀਂ ਸਟਾਰ ਨਾਲ ਡਿਨੋਟ ਕਰ ਦਿੰਦੇ ਹਾਂ। ਮੰਨ ਲਓ ਇਸ ਬਾਈਨਰੀ ਆਪਰੇਸ਼ਨ ਨੂੰ ਆਪਾਂ ਡਿਨੋਟ ਕਰਤਾ ਸਮਾਲ O ਨਾਲ। ਤਾਂ ਇਹ ਬਾਈਨਰੀ ਆਪਰੇਸ਼ਨ ਲਗਾਇਆ ਆਪਾਂ ਨੈਚੁਰਲ ਇਨਟੂ ਨੈਚੁਰਲ ਟੂ ਨੈਚੁਰਲ। ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨੈਚੁਰਲ ਇਨਟੂ ਨੈਚੁਰਲ 'ਚ ਕਿਹੋ ਜਿਹੇ ਐਲੀਮੈਂਟ ਹੋਣਗੇ? 1 1 1 2 ਆਰਡਰਡ ਪੇਅਰ ਹੋਣਗੇ ਨਾ। ਜਦੋਂ ਨੈਚੁਰਲ ਦੀ ਨੈਚੁਰਲ ਗੁਣਾ ਕਰਾਂਗੇ 1 3, ਸਿਮਿਲਰਲੀ 2 1 2 2, ਇੱਦਾਂ ਦੇ ਐਲੀਮੈਂਟ ਹੋਣਗੇ। ਤਾਂ ਇੱਕ ਐਲੀਮੈਂਟ A ਹੈ, ਇੱਕ ਐਲੀਮੈਂਟ B ਹੈ। ਜਦੋਂ ਇਹ 'ਤੇ ਆਪਾਂ ਆਪਰੇਸ਼ਨ ਲਗਾਇਆ, ਕਹਿੰਦੇ ਕੀ ਆ ਗਿਆ? A + B ਆ ਗਿਆ। ਮੈਂ ਕਿਹਾ ਸੀ ਪਲੱਸ ਵਾਲਾ ਆਪਰੇਸ਼ਨ ਦੀ ਆਪਾਂ ਐਗਜ਼ਾਮਪਲ ਦਿੰਦੇ ਹਾਂ, ਕਿ ਜਦੋਂ 2 ਨੈਚੁਰਲ ਨੰਬਰ ਨੂੰ ਜੋੜਤਾ, ਮੰਨ ਲਓ ਮੈਂ 1 ਅਤੇ 3 'ਤੇ ਆਪਰੇਸ਼ਨ ਲਗਾਇਆ, ਤਾਂ ਕੀ ਆ ਗਿਆ? 1 + 3 ਦੈਟ ਇਜ਼ 4। ਅਤੇ 4 ਵੀ ਕੀ ਇੱਕ ਨੈਚੁਰਲ ਨੰਬਰ ਹੈ। ਤਾਂ ਇਹੋ ਜਿਹੇ ਆਪਰੇਸ਼ਨ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਬਾਈਨਰੀ ਆਪਰੇਸ਼ਨ। ਇਹਨੂੰ ਐਂ ਵੀ ਲਿਖ ਦਿੰਦੇ ਹਾਂ, ਇਹਨੂੰ ਐਂ ਵੀ ਲਿਖ ਦਿੰਦੇ ਹਾਂ, AOB ਇਜ਼ ਇਕੁਅਲ ਟੂ A + B ਇਜ਼ ਇਕੁਅਲ ਟੂ A + B, where AB belongs to N into N and A + B belongs to N। ਇਹੋ ਜਿਹੇ ਕਿਸਮ ਦੇ ਆਪਰੇਸ਼ਨ ਨੂੰ ਅਸੀਂ ਬਾਈਨਰੀ ਆਪਰੇਸ਼ਨ ਕਹਿ ਦਿੰਦੇ ਹਾਂ। ਇੱਕ ਵਾਰੀ ਆਪਾਂ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਡੈਫੀਨੇਸ਼ਨ ਤੋਂ ਅੱਗੇ ਆਪਾਂ ਵੱਧਦੇ ਹਾਂ। ਜਲਦੀ ਨਾਲ ਡੈਫੀਨੇਸ਼ਨ ਦੇਖਦੇ ਹਾਂ। ਲੈਟ A ਬੀ ਅ ਨੋਨ ਐਮਪਟੀ ਸੈੱਟ। ਇੱਕ ਨੋਨ ਐਮਪਟੀ ਸੈੱਟ ਹੈ
द रूल डिनोटेड बाय ओ इज बाइनरी ऑपरेशन ऑन ए। एक ओ कोई रूल है, ਉਹਨੂੰ ਬਾਈਨਰੀ ਆਪਰੇਸ਼ਨ ਕਹਾਂਗੇ A ਤੇ। ਇਫ ਈਚ ਆਰਡਰਡ ਪੇਅਰ A B ਆਫ ਐਲੀਮੈਂਟਸ ਆਫ A, ਕਿਸ A ਦੇ ਵਿੱਚ ਆਰਡਰਡ ਪੇਅਰ ਕਦੋਂ ਬਣੂ, ਜਦੋਂ A ਦੀ ਗੁਣਾ ਆਪਾਂ ਕਿਹਦੇ ਨਾਲ ਕਰਾਂਗੇ, A ਨਾਲ ਕਰਾਂਗੇ। ਤਾਂ ਇਹਦਾ ਕੋਈ ਆਰਡਰਡ ਪੇਅਰ A B ਹੈ, ਟੂ ਇਟ ਐਸੋਸੀਏਟ ਟੂ ਯੂਨੀਕ ਐਲੀਮੈਂਟ, ਇੱਕੋ ਹੀ ਐਲੀਮੈਂਟ ਨਾਲ ਐਸੋਸੀਏਸ਼ਨ ਬਣੂਗਾ। ਐ ਨਹੀਂ ਵੀ ਇਹਦੇ ਕਈਆਂ ਨਾਲ ਬਣ ਜੂ, ਇਹਦੀ ਜਿਹੜੀ ਇਮੇਜ ਪਹਿਲਾਂ ਵੀ ਇੱਕੋ ਹੀ ਆਉਂਦੀ, ਹੁਣ ਵੀ ਇਮੇਜ ਇੱਕੋ ਹੀ ਆਊਗੀ। ਯੂਨੀਕ ਐਲੀਮੈਂਟ ਡਿਨੋਟ A O B ਆਫ A। ਇਹੋ ਜਿਹੇ ਆਪਰੇਸ਼ਨ ਅਸੀਂ ਕੀ ਕਹਿੰਦੇ ਹਾਂ, ਬਾਈਨਰੀ ਆਪਰੇਸ਼ਨ ਕਹਿੰਦੇ ਹਾਂ। ਬਾਈਨਰੀ ਆਪਰੇਸ਼ਨ ਦੀਆਂ ਕੁਛ ਪ੍ਰੋਪਰਟੀਜ਼ ਨੇ। ਪਹਿਲੀ ਪ੍ਰੋਪਰਟੀ ਹੈ ਕਲੋਜ਼ਰ ਪ੍ਰੋਪਰਟੀ। ਕੀ ਕਲੋਜ਼ਰ ਪ੍ਰੋਪਰਟੀ ਤਾਂ ਉਦੋਂ ਹੀ ਹੋਊਗੀ ਜਦੋਂ ਇਹ ਬਾਈਨਰੀ ਆਪਰੇਸ਼ਨ ਹੋਊਗਾ। ਮੰਨ ਲਓ A ਤੇ B A ਦੇ ਵਿੱਚ ਪਏ, ਕੈਪੀਟਲ ਸੈਟ A ਦੇ ਵਿੱਚ ਪਏ ਨੇ, ਠੀਕ ਹੈ। ਤਾਂ ਜੇ ਆਪਾਂ A ਤੇ B ਤੇ ਆਪਾਂ ਬਾਈਨਰੀ ਆਪਰੇਸ਼ਨ ਲਗਾ ਦਈਏ, A ਤੇ B ਤੇ ਕੀ ਲਾ ਦਈਏ ਆਪਾਂ, ਬਾਈਨਰੀ ਆਪਰੇਸ਼ਨ ਲਗਾ ਦਈਏ, ਉਹ ਵੀ ਕਾਹਦੇ ਵਿੱਚ ਆ ਜੇ, A 'ਚ ਆ ਜੇ। ਕਾਹ 'ਚ ਆ ਜੇ, A 'ਚ। ਜਿਵੇਂ ਆਪਾਂ ਨੈਚੁਰਲ ਤੋਂ ਨੈਚੁਰਲ ਤੇ ਆਪਾਂ ਬਾਈਨਰੀ ਆਪਰੇਸ਼ਨ ਲਗਾਈ, ਫਿਰ ਨੈਚੁਰਲ 'ਚ ਆ ਗਿਆ ਸੀ, ਤਾਂ ਆਪਾਂ ਕਹਾਂਗੇ ਕਿ ਬਾਈਨਰੀ ਆਪਰੇਸ਼ਨ ਇਜ਼ ਕਲੋਜ਼ਡ। ਬਾਈਨਰੀ ਆਪਰੇਸ਼ਨ ਇਜ਼, ਤੇ ਜੇ ਨਾ ਆਵੇ ਫਿਰ ਇਹ ਬਾਈਨਰੀ ਆਪਰੇਸ਼ਨ ਹੈ ਹੀ ਨਹੀਂ। ਜੇ ਬਾਈਨਰੀ ਆਪਰੇਸ਼ਨ ਨਹੀਂ ਹੈ ਤਾਂ ਬਾਈਨਰੀ ਆਪਰੇਸ਼ਨ ਇਜ਼ ਨਾਟ ਕਲੋਜ਼ਡ। ਨੈਕਸਟ ਪ੍ਰੋਪਰਟੀ ਹੈ ਕਮੂਟੇਟਿਵ। A ਤੇ B ਦੋ ਐਲੀਮੈਂਟਸ ਨੇ ਇਹਦੇ ਵਿੱਚ A O B ਕੱਢ ਲਿਆ ਆਪਾਂ, B O A ਕੱਢ ਲਿਆ, ਦੋਨੇ ਕੀ ਆ ਜਾਣ, ਇਕੁਅਲ ਆ ਜਾਣ, ਤਾਂ ਕੀ ਕਹਾਂਗੇ ਆਪਾਂ, ਕਮੂਟੇਟਿਵ ਹੈ। ਜਿਵੇਂ ਐਡੀਸ਼ਨਲ ਰਿਲੇਸ਼ਨ ਹੈ ਵੀ A 'ਚ ਚਾਹੇ B ਜੋੜ ਦਈਏ, B 'ਚ ਚਾਹੇ A ਜੋੜ ਦਈਏ, ਦੋਨੇ ਇਕੁਅਲ ਹੀ ਆਉਣਗੇ, ਤਾਂ ਆਪਾਂ ਕਹਾਂਗੇ ਕਿ ਇਹ ਆਪਰੇਸ਼ਨ ਹੈ ਕਮੂਟੇਟਿਵ ਹੈ। ਇਸ ਤੋਂ ਬਾਅਦ ਅੱਗੇ ਐਸੋਸੀਏਟਿਵ। ਉਹੀ ਪੁਰਾਣੀਆਂ ਗੱਲਾਂ ਨੇ। ਮੰਨ ਲਓ A ਤੇ B ਤੇ ਆਪਰੇਸ਼ਨ ਲਗਾਇਆ, ਅੱਗੇ ਇਸ ਆਪਰੇਸ਼ਨ ਲਗਾਤਾ ਆਪਾਂ C ਨਾਲ, ਜਾਂ ਫਿਰ ਆਪਾਂ ਪਹਿਲਾਂ B ਤੇ C ਦਾ ਲਗਾ ਲਿਆ, ਉਹਦਾ ਆਪਰੇਸ਼ਨ ਲਗਾਤਾ A ਨਾਲ। ਜੇ ਇਹ ਇਕੁਅਲ ਆ ਗਈ ਤਾਂ ਆਪਾਂ ਕਹਾਂਗੇ ਆਪਰੇਸ਼ਨ ਕੀ ਹੈ, ਐਸੋਸੀਏਟਿਵ ਹੈ। ਹੁਣ ਆਪਾਂ ਕਮੂਟੇਟਿਵਿਟੀ ਦੀ ਗੱਲ ਕਰ ਲਈ, ਐਸੋਸੀਏਟਿਵਿਟੀ ਦੀ ਗੱਲ ਕਰ ਲਈ। ਜੇ ਮੈਂ ਕਹਾਂ ਜਿਹੜਾ ਮਾਈਨਸ ਵਾਲਾ ਆਪਰੇਸ਼ਨ ਹੈ, ਮਾਈਨਸ ਕਰ ਦਈਏ ਆਪਾਂ ਵੀ A ਨੈਚੁਰਲ ਤੋਂ ਨੈਚੁਰਲ ਵਾਲੇ ਜਿਹੜੇ ਮਰਜ਼ੀ, ਪਹਿਲਾਂ ਐਂ ਦੱਸੋ ਮਾਈਨਸ ਵਾਲਾ ਆਪਰੇਸ਼ਨ ਨੈਚੁਰਲ ਟੂ ਨੈਚੁਰਲ, ਇਹ ਬਾਈਨਰੀ ਆਪਰੇਸ਼ਨ ਹੈਗਾ ਵੀ ਹੈ ਕਿ ਨਹੀਂ ਹੈਗਾ। ਮੰਨ ਲਓ ਹੁਣ ਮੈਂ ਕਹਤਾ ਕਿ A O B ਦੋ ਨੈਚੁਰਲ ਨੰਬਰ, A ਤੇ B ਦੋ ਨੈਚੁਰਲ ਨੰਬਰ ਨੇ, ਜੋ ਆਪਰੇਸ਼ਨ ਲਗਾਇਆ ਤਾਂ ਕੀ ਆ ਗਿਆ, A ਮਾਈਨਸ B ਆ ਗਿਆ। ਹੁਣ ਜੇ ਮੈਂ ਕਹਾਂ 1 ਤੇ 3 ਤੇ ਮੈਂ ਜੇ ਆਪਰੇਸ਼ਨ ਲਗਾਵਾਂ, 1 O 3 ਕੱਢਣਾ ਹੋਵੇ, ਤਾਂ ਕੀ ਆ ਜੀ, 1 - 3 ਇਜ਼ ਇਕੁਅਲ ਟੂ -2 ਵਿਚ ਇਜ਼ ਨਾਟ ਨੈਚੁਰਲ ਨੰਬਰ। ਤਾਂ ਜਿਹੜਾ ਨੈਗੇਟਿਵ ਹੈ, ਨੈਚੁਰਲ ਤੇ ਬਾਈਨਰੀ ਆਪਰੇਸ਼ਨ ਇਹ ਹੈ ਹੀ ਨਹੀਂ ਗਾ, ਪੋਜ਼ੀਟਿਵ ਹੈਗਾ। ਜੇ ਆਪਾਂ ਇਹ ਮਲਟੀਪਲੀਕੇਸ਼ਨ ਹੈਗਾ, ਦੋ ਨੈਚੁਰਲ ਨੰਬਰ ਨੂੰ ਗੁਣਾ ਕਰਾਂਗੇ ਤਾਂ ਨੈਚੁਰਲ ਨੰਬਰ ਹੀ ਆਊਗਾ। ਡਿਵੀਜ਼ਨ ਹੈ ਉਹ ਨਹੀਂ ਹੈਗਾ। ਜੇ ਮਤਲਬ 3 ਨੂੰ 2 ਤੇ ਵੰਡਾਂਗੇ ਨੈਚੁਰਲ ਨੰਬਰ ਨਹੀਂ ਆਊਗਾ। ਜੇ ਆਪਾਂ ਗੱਲ ਕਰੀਏ ਰੀਅਲ ਨੰਬਰ ਦੀ, ਮੰਨ ਲਓ ਰੀਅਲ ਤੋਂ ਰੀਅਲ ਜਾ ਰਿਹਾ, ਤਾਂ ਐਡੀਸ਼ਨ ਵੀ ਹੈਗਾ, ਕਿਉਂਕਿ ਦੋ ਰੀਅਲ ਨੰਬਰ ਜੋੜਾਂਗੇ ਤਾਂ ਰੀਅਲ ਹੀ ਆਊਗਾ। ਮਲਟੀਪਲੀਕੇਸ਼ਨ ਵੀ ਹੈਗਾ, ਸਬਟਰੈਕਸ਼ਨ ਵੀ ਹੈਗਾ, ਜੋ ਘਟਾਵਾਂਗੇ ਰੀਅਲ ਤਾਂ ਹੈਗੀ ਹੈ ਨਾ ਇਹ, ਬਟ ਡਿਵੀਜ਼ਨ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਇੱਕੋ ਕੇਸ 'ਚ ਨਹੀਂ ਹੈਗਾ। ਕਿਹੜੇ ਕੇਸ 'ਚ ਨਹੀਂ ਹੈਗਾ? ਜਦੋਂ ਥੱਲੇ ਕੀ ਆ ਜੇ, 0 ਆ ਜੇ। ਮੰਨ ਲਓ ਕਹਾਂ ਮੈਂ A O B ਹੈ, ਉਹ A ਡਿਵਾਈਡਡ ਬਾਈ B ਹੈ, ਅਤੇ ਮੈਂ 1 ਤੇ 0 ਤੇ ਆਪਰੇਸ਼ਨ ਲਗਾਵਾਂ ਤਾਂ 1/0 ਵਿਚ ਇਜ਼ ਨਾਟ ਡਿਫਾਈਨਡ ਐਂਡ ਵਿਚ ਇਜ਼ ਨਾਟ ਅ ਰੀਅਲ ਨੰਬਰ। ਸੋ ਡਿਵੀਜ਼ਨ ਇੱਥੇ ਤਾਂ ਬਾਈਨਰੀ ਆਪਰੇਸ਼ਨ ਹੈਗਾ, ਰੀਅਲ ਨੰਬਰ ਐਕਸੈਪਟ 0, ਬਟ ਸਾਰੇ ਰੀਅਲ ਨੰਬਰ 'ਤੇ ਜਿਹੜਾ ਡਿਵੀਜ਼ਨ ਹੈ ਉਹ ਬਾਈਨਰੀ ਆਪਰੇਸ਼ਨ ਨਹੀਂ ਹੈਗਾ। ਹੁਣ ਆਪਾਂ ਕੀ ਕਮੂਟੇਟਿਵ ਦੇਖਿਆ ਅਤੇ ਐਸੋਸੀਏਟਿਵ ਦੇਖਿਆ ਸੀਗਾ। ਐਡੀਸ਼ਨ, ਜੇ ਆਪਾਂ ਰੀਅਲ ਨੰਬਰ ਦੀ ਗੱਲ ਕਰੀਏ, ਰੀਅਲ ਦੀ ਗੱਲ ਤੇ ਹੁਣ ਆਪਾਂ, ਐਡੀਸ਼ਨ ਕੀ ਹੈ, ਕਮੂਟੇਟਿਵ ਹੈਗਾ। ਸਬਟਰੈਕਸ਼ਨ ਕਮੂਟੇਟਿਵ ਨਹੀਂ ਹੈਗੀ। ਐਡੀਸ਼ਨ ਕਮੂਟੇਟਿਵ ਹੈਗਾ, ਸਬਟਰੈਕਸ਼ਨ ਕਮੂਟੇਟਿਵ ਨਹੀਂ ਹੈਗੀ। ਡਿਵੀਜ਼ਨ ਵੀ ਕਮੂਟੇਟਿਵ, A/B ਤੇ B/A ਇਕੁਅਲ ਨਹੀਂ ਹੁੰਦੇ। ਅਤੇ ਚੌਥੀ ਗੱਲ, ਮਲਟੀਪਲੀਕੇਸ਼ਨ ਇਜ਼ ਆਲਵੇਜ਼ ਕਮੂਟੇਟਿਵ, ਵੈਦਰ ਇਟ ਇਜ਼ ਅ ਨੈਚੁਰਲ ਨੰਬਰ, ਵੈਦਰ ਇਟ ਇਜ਼ ਅ ਰੀਅਲ ਨੰਬਰ। ਰੀਅਲ ਨੰਬਰ ਲਈ ਵੀ ਇਹ ਕਮੂਟੇਟਿਵ ਹੈ, ਨੈਚੁਰਲ ਨੰਬਰ ਵੀ ਲਈ ਵੀ ਕੀ ਹੈ, ਕਮੂਟੇਟਿਵ ਹੈ। ਤਾਂ ਇਸੇ ਤਰੀਕੇ ਆਪਾਂ ਇੱਕ ਐਗਜ਼ਾਮਪਲ, ਜ਼ਰੂਰੀ ਨਹੀਂ ਵੀ ਆਹ 4 ਆਪਰੇਸ਼ਨ ਹੀ ਹੋਣ ਬਾਈਨਰੀ ਆਪਰੇਸ਼ਨ ਦੇ। ਕਈ ਵਾਰ ਆਪਾਂ ਇੱਕ ਐਕਸਟਰਾ ਆਰਡੀਨਰੀ ਬਾਈਨਰੀ ਆਪਰੇਸ਼ਨ ਡਿਫਾਈਨ ਕਰ ਦਿੰਦੇ ਹਾਂ।
मान लो m स्टार n, ठीक है, एक बाइनरी ऑपरेशन है, इंटीजर ते है, मान लो इंटीजर ते है, आप एग्जाम्पल ही लेनी है कोई, वो की है कि m-n प्लस mn। हम आप लीए 1 स्टार 2, 1 माइनस 2, 1 इंटू 2 2, 3 माइनस 2 की आ गया 1 आ गया। जे हम आइए आप बाइनरी ऑपरेशन तो है क्योंकि इंटीजर ही आ गया, 2 स्टार 1, 2 माइनस 1, 2 इंटू 1 टू 2, 2 इंटू 2 प्लस 2 4 माइनस 1 की आ गया 3 आ गया। तो 1 स्टार 2 तो 2 स्टार 1 आपस इक्वल नहीं है रहे, तो आ जो ऑपरेशन से ये कम्यूटेटिव नहीं है। एसोसिएटिवली भी आप एक ना क्रिएट करने की कोशिश करते हैं, मान लो ए स्टार बी की है, ए प्लस 2 बी है, ए स्टार बी की है, ए प्लस 2 बी है, रियल तो रियल जा रहा कोई, तो आप देखिए भी एसोसिएटिव है कि नहीं है, कम्यूटेटिव भी नहीं होना बेसिकली, क्योंकि बी स्टार ए की आ जाऊगा 2 बी प्लस ए आ जू, ये आपस इक्वल नहीं होने। एग्जाम्पल लैके प्रूव कर देंगे बेसिकली। आप हम देखने एसोसिएटिविटी, एसोसिएटिव देख लिया आप, ए ले लो मान लो 7, बी 5 ले लो, 5 ले लो, सी 3 ले लो। हम पहला आप करते हैं ए स्टार बी स्टार सी, ए स्टार बी यानी 7 स्टार 5 स्टार 3, 7 तो 5 तो लावे 7 यही राजू, 5 का दुगना 10 ऐड कर देंगे स्टार 3, 7 प्लस 10 17 स्टार 3, ये फिर बन जू ए प्लस 2 बी, 17 प्लस 3 का डबल 6 यानी कि आ गया 23 आ गया। सिमिलरली आप लवेंगे हूँ 7 स्टार 5 स्टार 3, 7 स्टार 5 प्लस 3 का डबल 6, 7 स्टार 11, 7 प्लस 11 का डबल 22, 22 प्लस 7 29, ये 23 आया सी, ये 29 आया सी। इट मीनस ए स्टार बी स्टार सी इज नॉट इक्वल टू ए स्टार बी स्टार सी, हैंस इट इज़ नॉट एसोसिएटिव। ये एग्जाम्पल भी पई है, मैं एग्जाम्पल पहले ही कराती एक्सरसाइज शुरू करने तो पहला। चलो इस तो बाद अगली चीज़ आ जाती है बेटा आइडेंटिटी। आइडेंटिटी की चीज़ होंगी है, आइडेंटिटी होंगी है कि मान लो बेटा ओ कोई बाइनरी ऑपरेशन है, दो एलीमेंट ने ए का ऑपरेशन या तो आप ई नाल ला रही है, चाहे ई का ए नाल ला रही है, ई कोई भी एलीमेंट है, एनी एलीमेंट, तो फिर की आ जाए ए आ जाए, फिर की आ जाए ए आ जाए, तो आप कहांगे कि इस बाइनरी ऑपरेशन लिए जिहड़ा ई है वो आइडेंटिटी एलीमेंट है। इस बाइनरी ऑपरेशन लिए आइडेंटिटी की होंगी है कि अपने आप में क्रिएट हो जाए दोबारा ऑपरेशन लगन तो बाद, तो कोई एलीमेंट जो वो वैल्यू के फर्क नहीं पा रहा तो आप कहांगे कि वो आइडेंटिटी एलीमेंट है। देखो पहला एडिशन की गल करते हैं, ए च आप जो 0 जोड़ दिए, 0 च ए जोड़ दिए तो कि आजू ए आजूगा, गल क्लीयर है। इट मीनस 0 इज आइडेंटिटी एलीमेंट, 0 इज आइडेंटिटी एलीमेंट फॉर एडिशन। सबट्रैक्शन आइडेंटिटी एलीमेंट होगा ही नहीं, क्यों नहीं होगा, ए घटा 0 तो ए आजू, बट 0 माइनस ए तो नहीं ए होंदा, तो सबट्रैक्शनली आइडेंटिटी डज नॉट एग्जिस्ट, सबट्रैक्शनली आइडेंटिटी डजंट एग्जिस्ट। हुण आप करते हैं मल्टीप्लीकेशन, ए दी किहदे नाल मल्टीप्लाई करिए, ए दी किहदे नाल मल्टीप्लाई करिए कि ए दी जे आप 1 नाल मल्टीप्लाई कर दिए तो की आ जाऊगा, ए ही आ जाऊगा। तो 1 है जी ये मल्टीप्लीकेटिव आइडेंटिटी है, 1 की है मल्टीप्लीकेटिव आइडेंटिटी है। डिवीजन आइडेंटिटी डजंट एग्जिस्ट, क्यों नहीं एग्जिस्ट करती, क्योंकि मान लो ए नू ए ते डिवाइड कर देंगे तो 1 आ जाऊगा। मान लो की है डिवीजन वेले आपको की करना पऊगा, ए नू किहदे नाल डिवाइड करिए, ए नू किहदे नाल डिवाइड करिए कि 1 आ जाए, तो ए डिवाइड 1 सॉरी ए आ जाए, ए आ गया, बट एक दिक्कत है 1 नू जो ए नाल डिवाइड करोगे उल्ट करोगे तो ए नहीं आउंदा, तो डिवीजन दे विच आइडेंटिटी एग्जिस्ट नहीं करती। आइडेंटिटी किहदे विच एग्जिस्ट करती है,
ਐਡੀਸ਼ਨ ਦੇ ਵਿੱਚ ਤੇ ਮਲਟੀਪਲੀਕੇਸ਼ਨ ਦੇ ਵਿੱਚ। ਇਸ ਤੋਂ ਬਾਅਦ ਆਉਂਦਾ ਐਗਜ਼ਿਸਟੈਂਸ ਆਫ ਇਨਵਰਸ। ਇਨਵਰਸ ਕਿਵੇਂ ਐਗਜ਼ਿਸਟ ਕਰੂ? ਇਨਵਰਸ ਦਾ ਸਿੱਧਾ ਸੰਬੰਧ ਆਇਡੈਂਟੀਟੀ ਨਾਲ ਹੁੰਦਾ ਹੈ। ਕਿਸੇ ਐਲੀਮੈਂਟ ਦਾ ਬਾਈਨਰੀ ਆਪਰੇਸ਼ਨ ਕਿਹਦੇ ਨਾਲ ਲਗਾਈਏ, ਐਂ ਵੀ ਤੇ ਐਂ ਵੀ, ਉਲਟ ਵੀ, ਏ ਦਾ ਬੀ ਨਾਲ, ਬੀ ਦਾ ਏ ਨਾਲ, ਕਿ ਆਇਡੈਂਟਿਟੀ ਆ ਜੇ। ਕੀ ਆ ਜੇ? ਆਇਡੈਂਟਿਟੀ। ਤਾਂ ਬੀ ਏ ਦਾ ਇਨਵਰਸ ਹੋਊਗਾ। ਬੀ ਏ ਦਾ ਕੀ ਹੋਊਗਾ? ਇਨਵਰਸ ਹੋਊਗਾ। ਫਾਰ ਐਗਜ਼ਾਮਪਲ ਆਪਾਂ ਐਡੀਸ਼ਨ ਦੀ ਗੱਲ ਕੀਤੀ ਸੀ। ਐਡੀਸ਼ਨ ਲਈ ਆਇਡੈਂਟਿਟੀ ਕੀ ਸੀ? ਕਿ 0। ਐਡੀਸ਼ਨ ਲਈ ਆਇਡੈਂਟਿਟੀ ਕੀ ਸੀ? 0। ਤਾਂ ਐਡੀਸ਼ਨ ਲਈ ਇਨਵਰਸ ਕੀ ਹੋਊਗਾ? ਮਾਈਨਸ ਏ। ਐਡੀਸ਼ਨ ਲਈ ਇਨਵਰਸ ਕੀ ਹੋਊਗਾ? ਮਾਈਨਸ ਏ, ਕਿਉਂਕਿ ਮਾਈਨਸ ਏ ਦੇ ਵਿੱਚ ਜਦੋਂ ਆਪਾਂ ਏ ਜੋੜਾਂਗੇ ਤਾਂ ਕੀ ਆ ਜਾਊਗਾ? 0 ਆ ਜੂ। ਤਾਂ ਐਡੀਟੇਟਿਵ ਇਨਵਰਸ ਜਿਹੜਾ ਹੁੰਦਾ ਮਾਈਨਸ ਏ ਹੁੰਦਾ, ਵੈਸੇ ਵੀ ਛੋਟੀਆਂ ਕਲਾਸਾਂ 'ਚ ਆਪਾਂ ਪੜ੍ਹਿਆ। ਸਬਟਰੈਕਸ਼ਨ ਲਈ ਇਨਵਰਸ ਐਗਜ਼ਿਸਟ ਨਹੀਂ ਕਰੂਗਾ, ਕਿਉਂਕਿ ਸਬਟਰੈਕਸ਼ਨ ਲਈ ਆਇਡੈਂਟਿਟੀ ਨਹੀਂ ਹੈਗੀ। ਮਲਟੀਪਲੀਕੇਸ਼ਨ ਲਈ ਇਨਵਰਸ ਐਗਜ਼ਿਸਟ ਕਰੂ, ਪਰ ਇੱਕ ਸ਼ਰਤ ਲੱਗੂਗੀ। ਮਲਟੀਪਲੀਕੇਸ਼ਨ ਦੀ ਆਇਡੈਂਟਿਟੀ ਕੀ ਸੀ? 1 ਸੀਗੀ, ਬਟ ਇਹ 1 ਆ ਵੀ ਜਾਊ। ਜਦੋਂ ਏ ਦੀ ਗੁਣਾ 1/a ਨਾਲ ਕਰਾਂਗੇ 1 ਆ ਜਾਊਗਾ, ਬਟ ਇੱਕੋ ਹੀ ਸ਼ਰਤ ਆ, ਏ ਸ਼ੁੱਡ ਨਾਟ ਬੀ ਇਕੁਅਲ ਟੂ 0। ਏ 0 ਦੇ ਇਕੁਅਲ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਏ 0 ਹੋ ਗਿਆ ਤਾਂ 1/a ਐਗਜ਼ਿਸਟ ਹੀ ਨਹੀਂ ਕਰਨਾ, ਡਿਨੋਮੀਨੇਟਰ 0 ਹੋ ਜਾਊਗਾ। ਡਿਵੀਜ਼ਨ ਲਈ ਇਨਵਰਸ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਡਿਵੀਜ਼ਨ ਦੇ ਵਿੱਚ ਆਇਡੈਂਟਿਟੀ ਐਗਜ਼ਿਸਟ ਨਹੀਂ ਕਰਦੀ ਸੀਗੀ। ਇੱਕ ਗੱਲ ਹੋਰ, ਬਾਈਨਰੀ ਆਪਰੇਸ਼ਨ ਨੂੰ ਆਪਾਂ ਟੇਬਲ ਨਾਲ ਵੀ ਦਰਸਾ ਸਕਦੇ ਹਾਂ। ਮੰਨ ਲਓ ਕੋਈ ਬਾਈਨਰੀ ਆਪਰੇਸ਼ਨ ਆਪਾਂ ਆ ਬਣਾ ਲਿਆ, ਆਪਣੇ ਕੋਲੋਂ ਆਹ ਬਾਈਨਰੀ ਆਪਰੇਸ਼ਨ ਹੈ, ਇੱਥੇ ਏ ਹੈ, ਇੱਥੇ ਬੀ ਹੈ, ਇੱਥੇ ਏ ਹੈ, ਇੱਥੇ ਬੀ ਹੈ। ਏ ਦਾ ਜਦੋਂ ਬਾਈਨਰੀ ਆਪਰੇਸ਼ਨ ਏ ਨਾਲ ਲੱਗਿਆ ਕੀ ਆ ਗਿਆ? ਏ ਆ ਗਿਆ। ਏ ਦਾ ਬਾਈਨਰੀ ਆਪਰੇਸ਼ਨ ਜਦੋਂ ਬੀ ਨਾਲ ਲੱਗਿਆ ਕੀ ਆ ਗਿਆ? ਬੀ ਆ ਗਿਆ। ਬੀ ਦਾ ਬਾਈਨਰੀ ਆਪਰੇਸ਼ਨ ਜਦੋਂ ਏ ਨਾਲ ਲੱਗਿਆ ਏ ਆ ਗਿਆ। ਬੀ ਦਾ ਬਾਈਨਰੀ ਆਪਰੇਸ਼ਨ ਜਦੋਂ ਬੀ ਨਾਲ ਲੱਗਿਆ ਬੀ ਆ ਗਿਆ। ਇੱਦਾਂ ਦੇ ਆਪਾਂ ਟੇਬਲ ਵੀ ਇਹਦਾ ਬਣਾ ਸਕਦੇ ਹਾਂ। ਦੋ ਬੜੇ ਖਾਸ ਬਾਈਨਰੀ ਆਪਰੇਸ਼ਨ ਹੁੰਦੇ ਆ, ਇੱਕ ਆ ਜਿਹੜਾ ਇਹਨੂੰ ਤਾਂ ਆਪਾਂ ਕਹਿੰਦੇ ਸੁਪਰੀਮਮ। ਕੀ ਕਹਿੰਦੇ ਆਪਾਂ? ਸੁਪਰੀਮਮ। ਇਹਨੂੰ ਕਹਿੰਦੇ ਆਪਾਂ ਇਨਫੀਮਮ। ਇਹਨੂੰ ਕੀ ਕਹਿੰਦੇ ਆਪਾਂ? ਇਨਫੀਮਮ। ਹੁਣ ਸੁਪਰੀਮਮ ਤੇ ਇਨਫੀਮਮ ਦੇ ਵਿੱਚ ਕੀ ਫਰਕ ਹੈ? ਕੋਈ ਬਾਈਨਰੀ ਆਪਰੇਸ਼ਨ ਹੈ ਜਿਹੜਾ ਰੀਅਲ ਟੂ ਰੀਅਲ ਜਾ ਰਿਹਾ, ਸੁਪਰੀਮਮ ਫੰਕਸ਼ਨ ਹੈ, ਸੱਚ ਦੈਟ ਕਿ ਏ ਤੇ ਬੀ ਤੇ ਆਪਾਂ ਫੰਕਸ਼ਨ ਲਗਾਇਆ ਤਾਂ ਕੀ ਆ ਗਿਆ? ਮੈਕਸੀਮਮ ਆਫ ਏ ਐਂਡ ਬੀ। ਮੰਨ ਲਓ 3 ਤੇ 5 ਤੇ ਆਪਾਂ ਬਾਈਨਰੀ ਆਪਰੇਸ਼ਨ ਲਗਾਇਆ। ਹੁਣ ਇਹਨਾਂ 'ਚ ਵੱਡਾ ਕਿਹੜਾ ਹੈ? 5 ਆ, ਜਿਹੜਾ ਇਹਨਾਂ 'ਚ ਮੈਕਸੀਮਮ ਲਿਖਤਾ। -3 ਤੇ 5 'ਚੋਂ ਲਗਾਇਆ ਤਾਂ ਹੁਣ ਵੈਲਿਊ ਕੀ ਆ ਜੂਗੀ? -3, ਕਿਉਂਕਿ -3 -5 ਤੋਂ ਕੀ ਹੁੰਦਾ? ਵੱਡਾ ਹੁੰਦਾ। ਸਿਮਿਲਰਲੀ ਇਹ ਇਨਫੀਮਮ ਫੰਕਸ਼ਨ ਹੈ। ਇਨਫੀਮਮ ਫੰਕਸ਼ਨ ਜਦੋਂ ਏ ਬੀ ਤੇ ਲਗਾਵਾਂਗੇ ਤਾਂ ਕੀ ਆ ਜਾਣਾ? ਮਿਨੀਮਮ। ਹੁਣ ਜੇ ਇਸੇ 'ਤੇ ਆਪਾਂ ਇਨਫੀਮਮ ਲਾਈਏ ਤਾਂ ਕੀ ਆ ਜੂ? 3 ਆ ਜੂ। ਇਸੇ 'ਤੇ ਜੇ ਇਨਫੀਮਮ ਲਾਈਏ ਮਾਈਨਸ ਦਾ 5 ਆ ਜੂ। ਥੋੜ੍ਹੀਆਂ ਐਗਜ਼ਾਮਪਲਸ ਕਰਦੇ ਹਾਂ, ਤੁਹਾਨੂੰ ਬਹੁਤ ਈਜ਼ੀਲੀ ਇਹ ਐਕਸਰਸਾਈਜ਼ ਨਿਕਲ ਜੂਗੀ। ਪਹਿਲੀ ਐਗਜ਼ਾਮਪਲ ਹੈ ਕਿ ਏ ਓ ਬੀ, ਜੇ ਏ ਸਟਾਰ ਨਹੀਂ ਹੈਗਾ, ਬੇਸਿਕਲੀ ਮਲਟੀਪਲੀਕੇਸ਼ਨ ਹੈ ਇਹ। ਏ ਤੇ ਬੀ ਦੀ ਮਲਟੀਪਲੀਕੇਸ਼ਨ +3 ਦੇ ਇਕੁਅਲ ਹੋਵੇ ਤਾਂ ਪਤਾ ਕਰੋ। ਬਹੁਤ ਸੌਖਾ ਹੈ। 5 × 10 50 + 3 53। ਇਹ ਸੌਖੀ ਐਗਜ਼ਾਮਪਲ ਮੈਂ ਜਾਣ ਕੇ ਲਈ ਸੀ। ਹੁਣ ਥੋੜ੍ਹੇ ਆਪਾਂ ਅੱਗੇ ਚੱਲਦੇ ਹਾਂ। ਇੱਕ ਹੋਰ ਐਗਜ਼ਾਮਪਲ ਮੈਂ ਲੈਣਾ। ਅੱਗੇ ਨਾ 2-3 ਐਗਜ਼ਾਮਪਲਾਂ ਦਿੱਤੀਆਂ ਹੋਈਆਂ। ਪਹਿਲੀ ਐਗਜ਼ਾਮਪਲ ਦਿੱਤੀ ਹੈ, ਮੈਂ ਕਰਵਾਉਣੀ ਨਹੀਂ, ਤੁਸੀਂ ਆਪ ਸਮਝ ਲਿਓ, ਕਿ ਸ਼ੋ ਦੈਟ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਆਰ ਬਾਈਨਰੀ ਆਪਰੇਸ਼ਨ ਔਨ ਆਰ। ਇਹ ਰੀਅਲ ਨੰਬਰ ਦੇ ਬਾਈਨਰੀ ਆਪਰੇਸ਼ਨ ਹੋਣਗੇ। 2 ਰੀਅਲ ਨੰਬਰ ਜੋੜਾਂਗੇ ਰੀਅਲ ਆਊਗਾ, 2 ਰੀਅਲ ਨੰਬਰ 'ਚ ਮਾਈਨਸ ਕਰਾਂਗੇ ਰੀਅਲ ਆਊਗਾ, ਮਲਟੀਪਲਾਈ ਕਰਾਂਗੇ ਰੀਅਲ ਆਊ। ਬਟ ਕਹਿੰਦੇ ਡਿਵੀਜ਼ਨ ਨਹੀਂ ਹੈਗਾ, ਕਿਉਂਕਿ 0 ਦੇ ਕੇਸ 'ਚ ਇਹ ਡਿਵੀਜ਼ਨ ਇਹ ਦੱਸਿਆ ਹੋਇਆ ਗੱਲ। ਦੂਜੀ ਗੱਲ ਕਿ ਸ਼ੋ ਦੈਟ ਸਬਟਰੈਕਸ਼ਨ ਐਂਡ ਡਿਵੀਜ਼ਨ ਆਰ ਨਾਟ ਬਾਈਨਰੀ ਆਪਰੇਸ਼ਨ ਔਨ n। ਸਬਟਰੈਕਸ਼ਨ ਅਤੇ ਡਿਵੀਜ਼ਨ ਉਹ n ਤੇ ਬਾਈਨਰੀ ਆਪਰੇਸ਼ਨ ਨਹੀਂ ਹੈਗੇ। ਇਹ ਵੀ ਤੁਹਾਨੂੰ ਦੱਸ ਕੇ ਆਇਆ ਮੈਂ। n ਯਾਨੀ ਨੈਚੁਰਲ ਨੰਬਰ ਤੇ 1 ਚੋਂ 3 ਘਟਾਵਾਂਗੇ -2 ਆ ਗਿਆ। ਇਹ ਤਾਂ ਨੈਚੁਰਲ ਨੰਬਰ ਹੈ ਹੀ ਨਹੀਂਗਾ, ਇਸ ਕਰਕੇ ਇਹ ਬਾਈਨਰੀ ਆਪਰੇਸ਼ਨ ਨਹੀਂ ਹੈਗਾ। ਸਿਮਿਲਰਲੀ 3 ਤੇ 2 ਤੇ ਆਪਾਂ ਡਿਵੀਜ਼ਨ ਦਾ ਬਾਈਨਰੀ ਆਪਰੇਸ਼ਨ ਲਗਾਇਆ, 3/2 ਆ ਗਿਆ। ਇਹ ਵੀ ਬਾਈਨਰੀ ਆਪਰੇਸ਼ਨ ਨਹੀਂ ਹੈਗਾ। ਇਟ ਮੀਨਸ ਇਹ ਨੈਚੁਰਲ ਨੰਬਰ ਨਹੀਂ ਹੈਗਾ। ਇਟ ਮੀਨਸ ਇਹ ਬਾਈਨਰੀ ਆਪਰੇਸ਼ਨ ਨਹੀਂ ਹੈਗਾ।
ਇਹ ਸਿੰਪਲ ਜਿਹੀ ਐਗਜ਼ਾਮਪਲਾਂ ਨੇ। ਇੱਕ ਐਗਜ਼ਾਮਪਲ ਹੈ, ਇਹ ਵੀ ਮੈਂ ਜਲਦੀ ਕਰਾ ਦਿੰਦਾ ਕਿ ਇਹ ਸੈੱਟ ਦੇ ਵਿੱਚ ਐਲੀਮੈਂਟ ਪਏ ਨੇ, ਮੰਨ ਲਓ ਕੋਈ ਵੀ ਐਲੀਮੈਂਟ ਪਏ ਨੇ 1 3 5, ਉਹਨਾਂ ਚੋਂ ਕਿਸੇ ਦੋ ਆਪਾਂ ਪੇਅਰ A ਗੁਣਾ A ਚੋਂ ਕੋਈ ਪੇਅਰ ਲਿਆ, ਮੰਨ ਲਓ ਇੱਕ ਪੇਅਰ ਬਣ ਗਿਆ 1 3, ਸੁਪਰੀਮਮ ਫੰਕਸ਼ਨ ਲਾਵਾਂਗੇ ਤਾਂ ਕੀ ਆਜੂ 3 ਆਜੂ, ਜੇ ਇਨਫੀਮਮ ਲਾਵਾਂਗੇ ਤਾਂ ਕੀ ਆਜੂ 1 ਆਜੂ। ਸ਼ੋਅ ਕਰੋ ਕਹਿੰਦੇ ਬਾਈਨਰੀ ਆਪਰੇਸ਼ਨ ਹੈ। ਬਾਈਨਰੀ ਆਪਰੇਸ਼ਨ ਦੀ ਇੱਕੋ ਹੀ ਸ਼ਰਤ ਹੁੰਦੀ ਹੈ ਕਿ ਮੰਨ ਲਓ A B ਤੇ ਆਪਾਂ ਆਪਰੇਸ਼ਨ ਲਾਇਆ, ਜਾਂ A ਆਊਗਾ ਜਾਂ ਕੀ ਆਊ B, ਦੋਨਾਂ ਚੋਂ ਕੀ ਆਊਗਾ। ਹੁਣ A ਵੀ A 'ਚ ਹੈ B ਵੀ A 'ਚ ਹੈ। ਸ਼ਰਤ ਹੀ ਇਹ ਹੁੰਦੀ ਹੈ ਬਾਈਨਰੀ ਆਪਰੇਸ਼ਨ ਲੱਗਣ ਦੀ ਕਿ ਜਿਹੜਾ ਐਲੀਮੈਂਟ ਇੱਧਰ ਆਵੇ ਉਹ A 'ਚ ਪਿਆ ਹੋਣਾ ਚਾਹੀਦਾ, A 'ਚ ਹੀ ਹੋਊਗਾ, ਕਿੱਥੋਂ ਹੋਰ ਕਿੱਥੋਂ ਹੋਣਾ, ਇਹਨਾਂ ਦੋਹਾਂ 'ਚ ਟਿੱਕਾ ਹੈ। ਇਸ ਕਰਕੇ ਸੁਪਰੀਮਮ ਫੰਕਸ਼ਨ ਵੀ ਇਨਫੀਮਮ ਫੰਕਸ਼ਨ ਵੀ, ਇਨਫੀਮਮ ਵੀ ਕੀ ਹੋਊਗਾ, ਇਹਨਾਂ ਦੋਹਾਂ 'ਚ ਇੱਕ ਹੋਊਗਾ, ਆਈਦਰ A ਔਰ B। ਤਾਂ A ਵੀ A 'ਚ ਹੈ B ਵੀ A 'ਚ ਹੈ, ਇਟ ਮੀਨਸ A ਵੀ ਕੀ ਹੈ ਬਾਈਨਰੀ ਆਪਰੇਸ਼ਨ ਹੈ, A ਵੀ ਕੀ ਹੈ ਇੱਕ ਬਾਈਨਰੀ ਆਪਰੇਸ਼ਨ ਹੈ। ਲੈਟ ਸਟਾਰ ਬੀ ਬਾਈਨਰੀ ਆਪਰੇਸ਼ਨ ਔਨ ਦਾ ਸੈਟ QQ ਜਾਂ ਰੈਸ਼ਨਲ ਨੰਬਰ defined by A star B is equal to 3AB upon 5। ਸ਼ੋ ਕਰੋ ਕਿ ਸਟਾਰ ਕਮਿਊਟੇਟਿਵ ਵੀ ਹੈ, ਐਸੋਸੀਏਟਿਵ ਵੀ ਹੈ, ਤੇ ਜੇ ਆਇਡੈਂਟੀਟੀ ਐਲੀਮੈਂਟ ਐਗਜ਼ਿਸਟ ਕਰਦਾ ਉਹ ਵੀ ਪਤਾ ਕਰੋ। ਹੁਣ ਕਮਿਊਟੇਟਿਵ ਲਈ A star B ਕੀ ਹੈ, ਆਪਾਂ ਦੇਖਿਆ 3AB upon 5, B star A ਉਹ ਜੋ 3BA upon 5, BA ਨੂੰ ਤੁਸੀਂ AB ਵੀ ਲਿਖ ਸਕਦੇ ਹੋ ਕਿਉਂਕਿ ਮਲਟੀਪਲੀਕੇਸ਼ਨ ਆਪਣੇ ਆਪ 'ਚ ਹੀ ਕਮਿਊਟੇਟਿਵ ਹੁੰਦੀ ਹੈ। 3AB upon 5, it means A star B is equal to B star A, it means it is commutative। ਹੁਣ ਦੇਖਦੇ ਆਪਾਂ ਐਸੋਸੀਏਟਿਵ। ਹੁਣ ਐਸੋਸੀਏਟਿਵ ਲਈ ਆਪਾਂ ਨੂੰ ਕੀ ਕਰਨਾ ਪਊ, A star B star C should be equal to A star B star C, ਇਹ ਚਾਹੀਦਾ। ਪਹਿਲਾਂ ਲੈਫਟ ਹੈਂਡ ਸਾਈਡ ਦੇਖਦੇ ਹਾਂ, A star B ਕੀ ਬਣ ਜੂ 3AB upon 5, ਅੱਗੇ ਸਟਾਰ C। ਪਹਿਲਾਂ ਲੈਫਟ ਹੈਂਡ ਸਾਈਡ ਆਪਾਂ ਸੋਲਵ ਕਰ ਰਹੇ ਹਾਂ। ਹੁਣ ਜਦੋਂ ਇਹਦੇ ਨਾਲ ਲਾਵਾਂਗੇ ਹੁੰਦਾ ਕੀ ਹੈ 3 ਗੁਣਾ ਪਹਿਲਾ ਐਲੀਮੈਂਟ ਕੀ ਹੈ 3AB upon 5 ਗੁਣਾ ਦੂਜਾ ਐਲੀਮੈਂਟ C ਸਾਰੇ ਦੇ ਬਟਾ 5, ਇਹੀ ਆਪਰੇਸ਼ਨ ਬਣੂਗਾ। ਇਟ ਮੀਨਸ ਬਣ ਜੂ 9ABC upon 25, 5 into 5 25। ਹੁਣ ਆਪਾਂ ਆਹ ਚੀਜ਼ ਦੇਖਦੇ ਹਾਂ, ਇਹ ਬਣ ਜੂ A star ਐਗਜ਼ਿਟ ਰਹਿ ਜੂਗਾ 3BC upon 5, ਹੋਊਗਾ ਕੀ 3 into ਪਹਿਲਾ ਐਲੀਮੈਂਟ into ਦੂਜਾ ਐਲੀਮੈਂਟ upon 5 ਸਾਰੇ ਬਟਾ 5, 9ABC 5 into 5 25। it means left hand side is equal to right hand side। ਲੈਫਟ ਹੈਂਡ ਸਾਈਡ ਯਾਨੀ ਕਿ ਆਹ ਚੀਜ਼ ਹੈ ਜਿਹੜੀ A star B star C is equal to A star B star C, hence it is associative। ਸੌਖੀਆਂ ਜਿਹੀਆਂ ਗੱਲਾਂ ਨੇ, ਬਹੁਤ ਹੀ ਵਧੀਆ, ਤੇ ਇਹਦੇ ਵਿੱਚ 1-2 ਨੰਬਰ ਦਾ ਕੁਐਸਚਨ ਅੜੀ ਜਾਂਦਾ ਹੈ, ਜਾਂ 1 ਦਾ ਜਾਂ 2 ਦਾ। ਅੱਗੇ let X be a non-empty set and Px be its power set। X ਇੱਕ non-empty set ਹੈ, ਪਾਵਰ ਸੈਟ ਕੀ ਹੁੰਦਾ ਹੈ, ਸੈਟ ਆਫ ਸਬਸੈਟਸ। X ਦੇ ਜਿੰਨੇ ਵੀ ਸਬਸੈਟ ਬਣਦੇ ਆ, ਜਿੰਨੇ ਵੀ ਤਰ੍ਹਾਂ ਦੇ, ਉਹ ਸਾਰੇ ਇਹਦੇ ਵਿੱਚ ਆ ਜਾਣਗੇ। ਸਟਾਰ ਬੀ ਐਨ ਆਪਰੇਸ਼ਨ ਡਿਫਾਈਨਡ ਔਨ ਐਲੀਮੈਂਟਸ Px, ਇਹ ਸੈੱਟ ਥਿਊਰੀ ਦੇ ਵਿੱਚ ਪੜ੍ਹੀ ਹੋਈ ਗੱਲ ਹੈ, ਇਹ 'ਚ ਮੈਂ ਜ਼ਿਆਦਾ ਡਿਫਾਈਨ ਨਹੀਂ ਕਰਨਾ। ਸਟਾਰ ਕੀ ਆਪਰੇਸ਼ਨ ਹੈ, ਜਿਹੜਾ ਸੈੱਟ ਆਫ ਸਬਸੈਟਸ ਤੇ ਇੱਕ ਆਪਰੇਸ਼ਨ ਲੱਗਦਾ। ਇਹਨਾਂ ਸਬਸੈਟ 'ਚ ਇੱਕ ਸੈੱਟ A ਵੀ ਪਿਆ, ਇੱਕ B ਵੀ ਪਿਆ, ਉਹ 'ਤੇ ਆਪਾਂ ਆਪਰੇਸ਼ਨ ਲਗਾਇਆ ਕੀ ਹੈਗਾ A ਇੰਟਰਸੈਕਸ਼ਨ B, A ਤੇ B ਦੇ ਸਾਂਝੇ ਐਲੀਮੈਂਟ। ਠੀਕ ਹੈ, A ਤੇ B ਕਾਹਦੇ ਵਿੱਚ ਪਏ ਨੇ, ਪਾਵਰ ਸੈੱਟ 'ਚ ਪਏ ਨੇ। ਕਹਿੰਦਾ ਪ੍ਰੂਵ ਕਰੋ ਇਹ ਬਾਈਨਰੀ ਆਪਰੇਸ਼ਨ ਹੈ। ਹੁਣ ਇਹ 'ਚ ਪ੍ਰੂਵ ਕਰਨ ਨਾਲ ਬੇਸਿਕਲੀ ਗੱਲ ਕੋਈ ਨਹੀਂ ਗੀ, ਕਿਉਂਕਿ ਜੇ A ਤੇ B ਹੈ ਜਿਹੜੇ ਪਾਵਰ ਸੈੱਟ 'ਚ ਹੋਣਗੇ, ਪਾਵਰ ਸੈੱਟ ਸਾਰੇ ਤਰ੍ਹਾਂ ਦੇ ਸਬਸੈਟ ਸੈੱਟ ਹੈ, ਤਾਂ ਇਹਨਾਂ ਦਾ ਜਿਹੜਾ ਸਾਂਝਾ ਹੈਗਾ ਉਹ ਵੀ ਕਿਹਦੇ ਵਿੱਚ ਹੋਊਗਾ, ਪਾਵਰ ਸੈੱਟ ਦੇ ਵਿੱਚ ਹੋਊਗਾ। ਜੇ ਹੁਣ ਜਦੋਂ ਆਪਰੇਸ਼ਨ ਲਗਾਇਆ ਇਹ ਪਾਵਰ ਸੈੱਟ 'ਚ ਹੀ ਆ ਗਿਆ, ਇਟ ਮੀਨਸ ਇਟ ਇਜ਼ ਆ ਬਾਈਨਰੀ ਆਪਰੇਸ਼ਨ। ਜਾਣੀ ਇੰਨੀ ਕੀ ਗੱਲ ਸੀਗੀ। ਅੱਗੇ ਚੱਲਦੇ, ਅੱਗੇ ਇਹਦੀ ਖਾਸ ਗੱਲਾਂ ਆਉਣਗੀਆਂ। ਕਹਿੰਦਾ ਕਿ ਜਿਹੜਾ ਆਪਰੇਸ਼ਨ ਹੈ ਕਮਿਊਟੇਟਿਵ ਹੈਗਾ। ਹੁਣ A star B ਇਹ ਬਣ ਜੂ A ਇੰਟਰਸੈਕਸ਼ਨ B, B star A ਉਹ ਬਣ ਜੂ B ਇੰਟਰਸੈਕਸ਼ਨ A। ਤੁਸੀਂ +1 ਦੇ ਵਿੱਚ ਪੜ੍ਹਿਆ ਵੀ ਆਹ ਤੁਹਾਡੀ ਇੰਟਰਸੈਕਸ਼ਨ ਹੁੰਦੀ ਹੈ, ਚਾਹੇ A ਇੰਟਰਸੈਕਸ਼ਨ B ਕਹਿ ਲਓ, ਚਾਹੇ B ਇੰਟਰਸੈਕਸ਼ਨ A ਕਹਿ ਲਓ, ਗੱਲ ਤਾਂ ਇੱਕੋ ਹੀ ਹੈ ਨਾ। ਤਾਂ A star B is equal to B star A, hence it is associative commutative। ਤੀਜਾ ਕੁਐਸਚਨ ਹੈ, ਕਹਿੰਦੇ ਕੀ ਹੈ ਐਸੋਸੀਏਟਿਵ ਹੈਗਾ, is it
ਐਸੋਸੀਏਟਿਵ। ਹੁਣ ਉਹੀ A ਸਟਾਰ B ਸਟਾਰ C, ਇਹ ਆ ਜੂ A ਇੰਟਰਸੈਕਸ਼ਨ B ਦੀ ਇੰਟਰਸੈਕਸ਼ਨ C ਨਾਲ, ਇਹਨੂੰ ਭਾਵੇਂ ਐਂ ਲਿਖ ਲਓ, ਇੱਕੋ ਹੀ ਗੱਲ ਹੈ। ਜੇ ਆਪਾਂ ਐਂ ਕਰ ਲਈਏ, ਇਹ ਨਾ ਡਿਫਾਈਨ ਨਹੀਂ ਕਰਨਾ, +1 ਦਾ ਕੰਮ ਹੈ, ਤੁਹਾਨੂੰ ਇਹ ਮੈਂ ਨਹੀਂ ਡਿਫਾਈਨ ਕਰਨਾ। A ਸਟਾਰ B ਸਟਾਰ C, A ਇੰਟਰਸੈਕਸ਼ਨ B ਇੰਟਰਸੈਕਸ਼ਨ C, ਕਿਉਂਕਿ +1 'ਚ ਹੀ ਪੜ੍ਹੀ ਹੋਈ ਹੈ ਵੀ ਜਿਹੜੀ ਇੰਟਰਸੈਕਸ਼ਨ ਹੁੰਦੀ ਹੈ ਉਹ ਐਸੋਸੀਏਟਿਵ ਹੁੰਦੀ ਹੈ, ਤਾਂ ਇਹ ਇਕੁਅਲ ਆ ਜਾਣਗੇ, ਤਾਂ ਐਸੋਸੀਏਟਿਵ ਹੀ ਹੈਗੀ ਹੈ। ਚੌਥਾ ਕਹਿੰਦਾ ਕੀ ਆਇਡੈਂਟੀਟੀ ਐਗਜ਼ਿਸਟ ਕਰਦੀ ਹੈ। ਆਇਡੈਂਟੀਟੀ ਕਦੋਂ ਐਗਜ਼ਿਸਟ ਕਰੂਗੀ? ਜਦੋਂ A ਦਾ ਆਪਰੇਸ਼ਨ ਕਿਸੇ E ਨਾਲ ਲਾ ਦਈਏ ਜਾਂ E ਦਾ A ਨਾਲ ਲਾ ਦਈਏ ਤਾਂ ਆਇਡੈਂਟੀਟੀ ਆ ਜੂਗੀ। ਹੁਣ A ਦੀ ਇੰਟਰਸੈਕਸ਼ਨ ਕਿਹਦੇ ਨਾਲ ਲਈਏ ਵੀ A ਆ ਜੇ? A ਦੀ ਇੰਟਰਸੈਕਸ਼ਨ ਜੇ ਆਪਾਂ X ਨਾਲ ਲੈ ਲਈਏ, ਚਾਹੇ X ਦੀ A ਨਾਲ, ਕਿਉਂ ਹੁਣ ਧਿਆਨ ਨਾਲ ਸਮਝਿਓ, X ਵੱਡਾ ਸੈੱਟ ਹੈ, ਇਹ ਇਹਦੇ ਵਿੱਚ ਕੋਈ ਛੋਟਾ ਸੈੱਟ ਹੈ, ਇਹਦੀ ਇੰਟਰਸੈਕਸ਼ਨ ਲਵਾਂਗੇ ਤਾਂ A ਹੀ ਆਊਗਾ ਨਾ, ਤਾਂ ਇਹ ਕੀ ਆ ਜੂ? A ਆ ਜੂ। ਤਾਂ X ਇਜ਼ ਆਇਡੈਂਟੀਟੀ ਆਫ A, X A ਦੀ ਕੀ ਹੈ? ਆਇਡੈਂਟੀਟੀ ਹੈ। ਉਸ ਤੋਂ ਬਾਅਦ ਜੇ ਆਇਡੈਂਟੀਟੀ ਹੈ ਤਾਂ ਇਹਦੇ ਕੀ ਭਾਲੋ? ਇਨਵਰਟੀਬਲ ਐਲੀਮੈਂਟਸ ਭਾਲੋ। ਫਾਈਂਡ all invertible elements of Px। ਹੁਣ ਇਹ ਗੱਲ ਧਿਆਨ ਨਾਲ ਸਮਝਣੀ ਹੈ ਵੀ ਮੰਨ ਲਓ ਕੋਈ ਸੈੱਟ S ਹੈ ਜਿਹੜਾ ਇਹਦਾ ਇਨਵਰਸ ਹੈ। ਜੇ ਇਨਵਰਸ ਹੋਊਗਾ ਤਾਂ ਜਦੋਂ ਆਪਾਂ ਆਪਰੇਸ਼ਨ ਲਗਾਵਾਂਗੇ ਇੰਟਰਸੈਕਸ਼ਨ ਵਾਲਾ ਤਾਂ ਆਇਡੈਂਟੀਟੀ ਆਈ। ਆਇਡੈਂਟੀਟੀ ਕੀ ਸੀ? X ਆਈ ਸੀਗੀ। ਹੁਣ ਇਹ S ਵੱਡਾ ਸੈੱਟ ਹੈ, ਇਹ ਵਿੱਚ ਛੋਟਾ ਵੀ ਹੋ ਸਕਦਾ ਜਾਂ ਇਹਦੇ ਬਰਾਬਰ ਵੀ ਹੋ ਸਕਦਾ। ਇਹਨਾਂ ਦੋਹਾਂ ਦੀ ਇੰਟਰਸੈਕਸ਼ਨ X ਦੇ ਬਰਾਬਰ ਇੱਕੋ ਹੀ ਕੇਸ 'ਚ ਆਊ ਜਦੋਂ A ਤੇ X ਬਰਾਬਰ ਹੋਣਗੇ। ਜਦੋਂ A ਤੇ X ਕੀ ਹੋਣਗੇ? ਬਰਾਬਰ। ਇਟ ਮੀਨਸ S ਇਜ਼ ਇਕੁਅਲ ਟੂ A ਇਜ਼ ਇਕੁਅਲ ਟੂ X। ਜਦੋਂ S ਬੇਸਿਕਲੀ X ਹੀ ਹੈ, S ਬੇਸਿਕਲੀ X ਹੈ ਤੇ X ਕਿਹਦੇ ਕੋਲ ਹੈ? A ਦੇ ਕੋਲ ਹੈ, ਜਾਨੀ ਉਹੀ A ਹੈ ਉਹੀ X, ਤਾਂ ਹੀ ਇੰਟਰਸੈਕਸ਼ਨ X ਬਣੂ। ਅਦਰਵਾਈਜ਼ ਇੰਟਰਸੈਕਸ਼ਨ ਕੀ ਰਹਿ ਜੂ? A ਰਹਿ ਜੂ ਜੇ A ਵਿੱਚ ਛੋਟਾ ਹੋਇਆ ਵਿੱਚ। ਇਟ ਮੀਨਸ X ਇਜ਼ ਓਨਲੀ ਇਨਵਰਟੀਬਲ ਐਲੀਮੈਂਟ and X is equal to A। ਲਾਸਟ ਦੇ ਵਿੱਚ ਕੀ ਕਹਿੰਦੇ ਵੀ ਇੱਕ ਆਪਰੇਸ਼ਨ O ਹੈ, ਜਿਵੇਂ ਸਟਾਰ ਸੀਗਾ ਵੀ ਮੰਨ ਲਓ ਜੇ A O B ਕੱਢਿਆ ਆਪਾਂ ਤਾਂ A ਯੂਨੀਅਨ B ਆ ਜੂ। ਪ੍ਰੂਵ ਕਰੋ ਕਿ O ਡਿਸਟਰੀਬਿਊਟਸ ਓਵਰ ਸਟਾਰ। ਜਿਵੇਂ ਆਪਾਂ +1 'ਚ ਪੜ੍ਹਦੇ ਕਿ ਯੂਨੀਅਨ ਡਿਸਟਰੀਬਿਊਟ ਓਵਰ ਇੰਟਰਸੈਕਸ਼ਨ, ਉਹੀ ਚੀਜ਼ ਹੈ ਇਹ, ਜਾਂ ਇੰਟਰਸੈਕਸ਼ਨ ਡਿਸਟਰੀਬਿਊਟ ਓਵਰ ਯੂਨੀਅਨ। ਹੁਣ ਡਿਸਟਰੀਬਿਊਟਰ ਦਾ ਮਤਲਬ ਕੀ ਹੈ ਕਿ ਤਿੰਨ ਸੈੱਟ ਲੈ ਲਓ, ਮੰਨ ਲਓ A O A B C, ਆਪਾਂ ਲੈ ਲਿਆ A O B ਸਟਾਰ C। ਆਪਾਂ ਕੀ ਪ੍ਰੂਵ ਕਰਨਾ, ਜਿਹੜਾ ਆਹ ਆਪਰੇਸ਼ਨ ਹੈ ਇਹ ਸਟਾਰ ਤੇ ਡਿਸਟਰੀਬਿਊਟ ਕਰਦਾ। ਮੰਨ ਲਓ A O B ਆ ਜੂਗਾ, ਡਿਸਟਰੀਬਿਊਟ ਆਈ ਹੁੰਦਾ ਨਾ, ਵਿਚਾਲੇ ਸਟਾਰ ਆ ਜੂਗਾ, ਬਰਾਬਰ ਬਰਾਬਰ ਵੰਡਿਆ ਜਾਊਗਾ। A B ਤੇ C 'ਚ ਬਰਾਬਰ ਬਰਾਬਰ ਵੰਡਿਆ ਜਾਊ, ਇਹਨੂੰ ਡਿਸਟਰੀਬਿਊਸ਼ਨ ਕਹਿੰਦੇ ਨੇ। ਆਪਾਂ ਇਹ ਚੀਜ਼ ਪ੍ਰੂਵ ਕਰਨੀ। ਹੁਣ A ਬਣ ਗਿਆ ਯੂਨੀਅਨ, B ਸਟਾਰ C ਕੀ ਬਣ ਜੂ? B ਇੰਟਰਸੈਕਸ਼ਨ C। ਰੂਲ ਤੁਹਾਨੂੰ ਯਾਦ ਆ ਜੂ ਕਿ A ਯੂਨੀਅਨ B ਆ ਜੂਗਾ, A ਯੂਨੀਅਨ C ਆ ਜੂ, ਵਿਚਾਲੇ ਕੀ ਰਹਿ ਜੂ? ਇੰਟਰਸੈਕਸ਼ਨ ਰਹਿ ਜੂ। A ਯੂਨੀਅਨ B ਜਾਨੀ AOB, A ਯੂਨੀਅਨ C ਜਾਨੀ AOC। ਇੰਟਰਸੈਕਸ਼ਨ ਕੀ ਬਣ ਗਈ? ਸਟਾਰ ਬਣ ਗਈ। ਇਟ ਮੀਨਸ ਆਹੀ ਚੀਜ਼ ਹੋ ਗਈ। ਇਹਦਾ ਮਤਲਬ ਕਿ ਜਿਹੜਾ ਆਹ ਆਪਰੇਸ਼ਨ ਹੈ O ਵਾਲਾ, ਉਹ ਡਿਸਟਰੀਬਿਊਟ ਹੁੰਦਾ ਹੈ ਕਿਹਦੇ ਆਪਰੇਸ਼ਨ ਤੇ? ਸਟਾਰ ਵਾਲੇ ਆਪਰੇਸ਼ਨ ਤੇ। ਇੰਨੀਆਂ ਕੁ ਗੱਲਾਂ ਸੀ, ਬਹੁਤ ਸੌਖੇ ਜਿਹੇ ਕੁਐਸਚਨ ਨੇ, ਇਹਨੂੰ ਆਪਣੇ ਆਪ ਸੋਲਵ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਨਾਲ। ਧੰਨਵਾਦ।